ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਕਹਿ ਸਕਦੇ ਹਾਂ ਜਾਂ ਨਿਊ ਦੀਪ ਬੱਸ ਦੇ ਜਿਹੜੇ ਕਿ ਓਨਰ ਨੇ ਉਹਨਾਂ ਵੱਲੋਂ ਇਲਜ਼ਾਮ ਲਗਾਏ ਗਏ ਨੇ, ਕਥਿਤ ਘਟਾਲੇ ਦੇ ਇਲਜ਼ਾਮ ਲਗਾਏ ਗਏ ਨੇ। ਕਿਉਂਕਿ ਕਥਿਤ ਘਟਾਲਾ ਇਸ ਕਰਕੇ ਕਹਾਂਗੇ ਕਿਉਂਕਿ ਅਜੇ ਤੱਕ ਜਿਹੜੇ ਕਿ ਘਟਾਲੇ ਨੂੰ ਵੈਰੀਫਾਈ ਨਹੀਂ ਕੀਤਾ ਜਾ ਸਕਦਾ, ਕਿਉਂਕਿ ਕਾਗਜ਼ ਜ਼ਰੂਰ ਨੇ ਪਰ ਕਾਰਵਾਈ ਹਜੇ ਤੱਕ ਜਿਹੜੀ ਕਿ ਨਹੀਂ ਹੋਈ ਹੈ। ਤਾਂ ਗੱਲਬਾਤ ਕਰਨ ਸਨੀ ਢਿੱਲੋਂ ਸਾਡੇ ਨਾਲ ਮੌਜੂਦ ਨੇ। ਢਿੱਲੋਂ ਸਾਹਿਬ, ਆਏ ਦਿਨ ਰਾਜਾ ਵੜਿੰਗ ਹੁਣ ਅਤੇ ਸਨੀ ਢਿੱਲੋਂ ਹੁਣ ਆਪਸੀ ਸ਼ਬਦੀ ਹਮਲੇ ਕਰਦੇ ਰਹਿੰਦੇ ਨੇ, ਕਿਉਂਕਿ ਸਿਆਸੀ ਵਿਰੋਧੀ ਕਹਿ ਸਕਦੇ ਵੱਖ-ਵੱਖ ਪਾਰਟੀਆਂ ਦੇ। ਪਰ ਅੱਜ ਕਿਹੜੇ ਖੁਲਾਸੇ ਕਰ ਰਹੇ ਹੋ, ਕਿਹੜੇ ਡਾਕੂਮੈਂਟ ਲੈ ਕੇ? ਸਰ, ਬੜੇ ਦਿਨਾਂ 'ਚ ਉਹਨਾਂ ਲੋਕਾਂ 'ਚ ਬੇਚੈਨੀ ਸੀ। ਕੋਈ ਕਹਿੰਦਾ ਸੀ ਯਾਰ ਕਿਹੜਾ ਕਪਲਾ ਹੋ ਗਿਆ, ਕੀ ਕਹਿੰਦਾ ਕਿੰਨੇ ਖਾ ਲਏ, ਕਿਹਨੇ ਖਾ ਲਏ, ਕਿਵੇਂ ਖਾ ਲਏ, ਕਦਿਆਂ ਨੂੰ ਪਤਾ ਹੀ ਨਹੀਂ ਵਿਚਾਰੇ ਜਿਹੜੇ ਭੋਲੇ ਲੋਕ ਆ। ਮੈਂ ਐਜ਼ ਅ ਟਰਾਂਸਪੋਰਟਰ ਹੋਣ ਦੇ ਨਾਤੇ ਇਹਦੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਲੈਣਾ ਦੇਣਾ ਨਹੀਂ ਜੀ। ਮੈਂ ਐਜ਼ ਅ ਟਰਾਂਸਪੋਰਟਰ ਹੋਣ ਦੇ ਨਾਤੇ ਜਦੋਂ ਮੈਨੂੰ ਪਤਾ ਲੱਗਿਆ ਯਾਰ ਵੀ ਸਾਨੂੰ ਤਾਂ ਬਸ 7.5-8 ਲੱਖ ਦੀ ਪੈਂਦੀ ਆ, ਇਹ ਮਾਂ ਦਾ ਪੁੱਤ 12 ਲੱਖ ਦੀਆਂ ਇਹੋ ਜਿਹੀ ਕਿਹੜੀਆਂ ਸਿਉਣੇ ਦੀਆਂ ਮਿੱਖਾਂ ਲਵਾ ਲਿਆ ਜੈਪੁਰੋਂ। ਮੈਂ RTI ਅਪਲਾਈ ਕੀਤੀ, ਇਹਨਾਂ ਦੇ ਦਫ਼ਤਰਾਂ 'ਚੋਂ ਰਿਕਾਰਡ ਲਿਆ, ਮੈਂ ਸਰਕਾਰੀ ਦਫ਼ਤਰਾਂ 'ਚੋਂ ਕੋਟੇਸ਼ਨਾਂ ਚੱਕੀਆਂ। ਜਦੋਂ ਪਤਾ ਲੱਗਿਆ ਸਰ, ਮੇਰੇ ਤੱਕ ਅੱਖਾਂ ਖੜ ਗਈਆਂ ਜੀ। 840 ਬੱਸਾਂ ਰਾਜੇ ਵੜਿੰਗ ਨੇ ਆਪਦੇ ਟਾਈਮ 'ਤੇ ਨਵੀਆਂ ਪਾਈਆਂ ਸੀ, ਪੰਜਾਬ ਰੋਡਵੇਜ਼, ਪਨਬੱਸ ਤੇ PRTC 'ਚ। ਠੀਕ ਹੈ ਜੀ, 840 ਬੱਸਾਂ ਇਹਨੇ 11,98,880 ਰੁਪਇਆਂ ਦੇ ਹਿਸਾਬ ਨਾਲ ਇਹ ਉੱਥੇ ਜੈਪੁਰ ਦੇ ਕੇ ਆਇਆ ਜੀ, ਜਿਹਦਾ ਬਿੱਲ ਮੇਰੇ ਕੋਲੇ ਆ। ਆ ਲਓ, ਆ ਲਓ ਜੀ। ਇਸ ਹਿਸਾਬ ਨਾਲ ਇਹਨਾਂ ਨੇ ਪੇਮੈਂਟ ਕੀਤੀ ਹੈ ਉੱਥੇ। ਉਸ ਤੋਂ ਬਾਅਦ ਜਦੋਂ ਪੂਰੇ 100 ਕਰੋੜ 80 ਲੱਖ ਰੁਪਈਆ ਇਹਨਾਂ ਨੇ ਜੀ 840 ਬੱਸਾਂ ਦਾ ਉੱਥੇ ਭੁਗਤਾਨ ਕੀਤਾ, ਜਿਹਦੀਆਂ ਰਸੀਦਾਂ ਮੇਰੇ ਕੋਲੇ ਆ ਜੀ। ਤੇ ਜਦੋਂ ਅਸੀਂ ਪੜਤਾਲ ਕੀਤੀ ਭਦੌੜ ਤੋਂ, ਜਿਹੜੀਆਂ ਭਦੌੜ ਵਾਲਿਆਂ ਨੇ ਕੋਟੇਸ਼ਨਾਂ ਦਿੱਤੀਆਂ ਸੀ ਉਹ ਆ ਸੀ ਜੀ। ਪਰ ਬੱਸ 8,25,000 ਦੀ ਇੱਕ ਘਰ ਨੇ ਦਿੱਤੀ ਹੈ ਜੀ, ਤੇ ਪਰ ਬੱਸ 8,40,000 ਦੀ ਦੂਸਰੇ ਘਰ ਨੇ ਦਿੱਤੀ ਆ। ਜੇ ਇਹਨਾਂ ਨੂੰ ਆਪਾਂ ਕਹਿ ਦਈਏ ਵੀ ਤੁਹਾਤੋਂ 840 ਬੱਸਾਂ ਵੱਧ ਨਵੀਆਂ ਲਵਾਉਣੀਆਂ, ਤਾਂ ਹੋ ਸਕਦਾ ਇਹ 50-50, 60-60 ਹਜ਼ਾਰ ਹੋਰ ਵੀ ਘਟਾ ਦੇਣ, 7.5 ਦੀ ਲੱਗ ਜੇ, ਕਿਉਂਕਿ ਇੰਨਾ ਬਲਕ 'ਚ ਕੰਮ ਮਿਲਦਾ ਜੀ, ਤਾਂ ਅਗਲੇ ਨੂੰ ਵੀ ਲਾਲਚ ਹੁੰਦਾ। 3.5 ਲੱਖ ਰੁਪਏ ਪਰ ਬੱਸ ਵੰਡਣੀ ਵੱਧ ਦਿੱਤਾ ਗਿਆ। 4.5 ਸਰ, 4.5 ਮੋਟਾ ਤੁਸੀਂ 4 ਲੱਖ ਹੀ ਲਾ ਲਓ ਵੀ ਚਲੋ 4 ਜੀ ਇਹਨਾਂ ਨੇ ਖਾ ਲਿਆ ਰਾਜਾ ਵੜਿੰਗ ਜੀ ਨੇ। ਠੀਕ ਹੈ ਜੀ, 33 ਕਰੋੜ ਰੁਪਏ ਦਾ ਘਪਲਾ ਜੀ ਸਿਰਫ ਬੱਸ ਬੋਡੀ 'ਚ। ਤੇ ਜੇ ਆਪਾਂ ਚੈਸੀਆਂ ਲੈਣ ਚਲੇ ਜਾਈਏ, ਬੱਸ ਚੈਸੀ ਜਿਹੜੇ ਉਹ ਗਾਡਰ ਜੇ ਹੁੰਦੇ ਆ ਇਕੱਲੇ, ਟਾਟਾ ਕੰਪਨੀ ਜਾਂ ਲੇਲੈਂਡ ਕੰਪਨੀ, ਜੇ ਆਪਾਂ ਉਹਨਾਂ ਨੂੰ ਕਹੀਏ ਵੀ ਇੱਕ ਬੱਸ ਲੈਣੀ ਆ ਤਾਂ ਉਹਦਾ ਰੇਟ ਅੱਡ ਆ। ਜੇ ਆਪਾਂ ਕਹੀਏ 5 ਲੈਣੀ, ਅੱਛਾ 1-1 ਲੱਖ ਘਟਾ ਦਿੰਦੇ ਆ। ਜੇ ਆਪਾਂ ਕਹੀਏ 840 ਲੈਣੀ ਆ, ਐਡੀ ਵੱਡੀ ਵੋਲਿਊਮ, ਆਰਾਮ ਨਾਲ 4-4 ਲੱਖ ਘਟਾ ਦੇਣਗੇ, ਕਿਉਂਕਿ ਐਡਾ ਬਲਕ ਦਾ ਆਰਡਰ ਬਹੁਤ ਔਖਾ ਮਿਲਦਾ ਜੀ। ਸਾਰੇ ਵਿਹਲੇ ਬੈਠੇ ਆ ਕਰੋਨਾ ਦੀ ਮਾਰ ਕਰਕੇ। ਉਹਦੇ 'ਚੋਂ ਵੀ ਕਪਲਾ ਹੋਇਆ ਜੀ, 25-30 ਕਰੋੜ ਦਾ ਉਹਦੇ 'ਚ ਹੋਇਆ, ਤੇ 33 ਕਰੋੜ ਦਾ ਇਹਦੇ 'ਚ ਹੋਇਆ। ਮੈਂ ਪਹਿਲੀ ਗੱਲ ਹੀ ਸ਼ੁਰੂ ਇਸ ਤੋਂ ਕਰਦਾ, ਆਪਣੇ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ, ਮੁੱਖ ਮੰਤਰੀ ਸਾਹਿਬ ਨੂੰ ਤੇ ਭੁੱਲਰ ਸਾਹਿਬ ਨੂੰ ਬੇਨਤੀ ਕਰਦਾ, ਮੈਂ ਗਲਤ ਨਿਕਲਿਆ ਇਸ ਚੱਕਰ 'ਚ, ਕਿਉਂਕਿ ਮੈਂ ਐਜ਼ ਅ ਟਰਾਂਸਪੋਰਟਰ ਹਾਂ, ਮੈਨੂੰ ਚੱਕ ਕੇ ਅੰਦਰ ਕਰੋ ਜੀ। ਤੇ ਜੇ ਤੁਸੀਂ ਵਾਕਿਆ ਹੀ ਇਨਕਲਾਬ ਬੁਲੰਦ ਕਰਨਾ ਤੇ ਆਪਦੇ ਮਤਲਬ ਜਿਹੜਾ ਵੀ ਭ੍ਰਿਸ਼ਟਾਚਾਰ ਨੋ ਟੋਲਰੈਂਸ ਰੱਖਣੀ ਆ, ਫਿਰ ਰਾਜੇ ਵੜਿੰਗ ਨੂੰ ਅੰਦਰ ਕਰੋ ਜੀ ਸਲਾਖਾਂ ਦੇ ਪਿੱਛੇ। ਇੱਕ ਪ੍ਰੂਫ ਆ ਮੇਰੇ ਕੋਲੋਂ ਜੀ RTI ਰਾਹੀਂ, ਕਿੱਥੇ ਕਿੰਨੇ ਪੈਸੇ ਖਾਦੇ ਆ। 1 ਕਰੋੜ 51 ਲੱਖ ਦਾ ਤਾਂ ਸਰਕਾਰੀ ਬੱਸਾਂ ਨੇ ਤੇਲ ਹੀ ਫੂਕਤਾ ਜੀ। ਜੈਪੁਰ ਗਈਆਂ, ਜੈਪੁਰੋਂ ਆਈਆਂ, ਡਰਾਈਵਰਾਂ ਕਨੈਕਟਰਾਂ ਦੀ ਤਨਖਾਹ ਡੇਲੀਆਂ ਵੱਖਰੀਆਂ, ਇੰਨਾ ਕਪਲਾ ਹੋਇਆ। ਰਾਜਸਥਾਨ ਰੋਡਵੇਜ਼ ਭਦੌੜੋਂ ਬਾਡੀ ਲਵਾਉਣ ਆਉਂਦੀ ਆ, ਐਡੀ ਵਧੀਆ ਬਾਡੀ ਆ। ਬੈਂਗਲੌਰ, ਚੇਨਈ, ਪੁਣੇ, ਮਹਾਰਾਸ਼ਟਰਾ, ਸਾਰੀ ਦੁਨੀਆ ਭਦੌੜ ਬਾਡੀ ਟਾਈਮ ਲੈ ਕੇ ਲੈਣ ਆਉਂਦੀ ਹੈ ਸਿਫਾਰਸ਼ਾਂ ਨਾਲ। ਇਹ ਪੁੱਠਾ ਗਿਆ ਜੈਪੁਰ। ਕਿਉਂ ਗਿਆ? ਪੈਸੇ ਖਾਣੇ ਸੀ। ਜਦੋਂ ਅਸੀਂ ਹੁੰਦੇ ਸਨ, ਅਮਰਿੰਦਰ ਸਿੰਘ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਸਨ, ਉਹਨਾਂ ਨੇ ਬੱਸਾਂ ਦਾ ਜਿਹੜੀ ਕਿ ਹਰੀ ਝੰਡੀ ਦਿੱਤੀ ਸੀ। ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ, ਕਹਿੰਦੇ ਜੀ ਬੱਸਾਂ ਤਾਂ ਥੋੜ੍ਹੀਆਂ ਮਹਿੰਗੀਆਂ ਪਈਆਂ ਨੇ ਕਿਉਂਕਿ ਸਹੂਲਤਾਂ ਬਹੁਤ ਨੇ। ਵਿੱਚ ਜਿਹੜੇ ਕਿ ਬੰਦੇ ਖੜੇ ਹੁੰਦੇ ਨੇ ਜਾਂ ਕੋਈ ਵਿਅਕਤੀ ਖੜੇ ਹੁੰਦੇ ਨੇ, ਉਹਨਾਂ ਦੇ ਜਿਹੜੇ ਕਿ ਹੱਥਾਂ ਵਾਸਤੇ ਜਿਹੜੇ ਕਿ ਹੱਥ ਪਾਈ ਰੱਖਣ, ਉਹਦੇ ਵਾਸਤੇ ਜਿਹੜੇ ਹੈਂਡ ਰੈਸਟ ਜੇ ਹੁੰਦੇ ਨੇ ਉਹ ਲਗਾਏ ਗਏ ਸਨ। ਹੋਰ ਜਿਹੜੇ ਕਿ ਐਮਰਜੈਂਸੀ ਵਾਸਤੇ ਲਗਾਏ ਗਏ ਸਨ। ਉਹ ਕਹਿੰਦੇ ਆਹ ਚੀਜ਼ਾਂ ਲਗਾਈਆਂ ਗਈਆਂ ਤਾਂ ਥੋੜ੍ਹੀ ਬਹੁਤੀ ਮਹਿੰਗੀ ਪੈਂਦੀ। ਜਿਹੜੇ ਹੈਂਡ ਰੈਸਟ ਆ ਨਾ ਜੀ, ਇਟਸ ਅ ਨਾਰਮਲ ਥਿੰਗ। ਉਹ ਤਾਂ ਬਾਡੀ ਦੇ ਵਿੱਚ ਹੀ ਆਉਂਦੇ ਆ ਜੀ। ਕੋਈ ਵੀ ਬਾਡੀ ਲਵਾ ਲਓ, ਸਕੂਲ ਬੱਸ ਲਵਾ ਲਓ, ਉਹਦੇ ਵਿੱਚ ਵੀ ਇੱਕ ਪੈਨਿਕ ਬਟਨ ਆ, ਉਹ 5500 ਰੁਪਏ ਦਾ ਜੀ, ਇਨਕਲੂਡਿੰਗ ਐਵਰੀਥਿੰਗ, ਸਣੇ ਸਭ ਕੁਛ, ਸਾਰੇ ਟੈਕਸ ਪਾ ਕੇ 8 ਲੱਖ ਰੁਪਏ 25,000 ਇਹਨਾਂ ਨੇ ਮੰਗਿਆ। ਮੈਂ ਕਹਿੰਦਾ ਵੀ 800 ਬੱਸ ਲਵਾਉਣੀ ਆ ਉਹਨਾਂ ਦੇ ਬਿਹਾਫ ਤੇ। ਮੈਂ ਕਹਿੰਦਾ ਮੈਂ 7.5 ਦੀਆਂ ਲਵਾ ਦੂੰਗਾ, ਹੋਰ 50-50 ਹਜ਼ਾਰ ਘਟਾ ਦੂੰਗਾ ਜੀ। ਮੈਂ ਆਪਦੀ ਗਰੰਟੀ। ਸਰਕਾਰ ਤੁਹਾਡੇ ਨਾਲ ਮਿਲ ਕੇ ਲਵਾ ਲੈਂਦੀ ਤਾਂ ਤੁਸੀਂ ਸਸਤੀਆਂ ਲਵਾ ਦਿਓ। ਬਿਲਕੁਲ ਸਰ, ਮੈਂ ਦਾਈ ਹਾਂ ਇਸ ਕੰਮ ਦੀ। ਮੈਂ ਜੰਮਿਆ ਟਰਾਂਸਪੋਰਟਰ ਹਾਂ ਜੀ। ਅੱਛਾ, ਕੋਈ ਵੀ ਪੰਜਾਬ ਦਾ ਟਰਾਂਸਪੋਰਟਰ ਮੇਰੀ ਗੱਲ ਨੂੰ ਗਲਤ ਨਹੀਂ ਕਹੂਗਾ। ਮੈਂ ਦੇਣਦਾਰ ਹੋਊਗਾ ਜੇ ਮੇਰੀ ਗੱਲ 'ਚੋਂ, ਮੇਰੀ ਜ਼ੁਬਾਨ 'ਚੋਂ ਕੋਈ ਗਲਤ ਨਿਕਲਿਆ ਹੋਊਗਾ, ਮੈਂ ਮਾਫੀ ਵੀ ਮੰਗੂਗਾ ਜੀ। ਕੋਈ ਮੇਰੀ ਗੱਲ ਗਲਤ ਨਹੀਂ। ਇਹ ਘਪਲਾ ਹੋਇਆ, ਮੋਟਾ ਘਪਲਾ ਹੋਇਆ। 60-70 ਕਰੋੜ ਰੁਪਏ ਦਾ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗਿਆ। ਸਾਰਿਆਂ ਨੇ ਮਿਲ ਕੇ ਲਾਇਆ। ਕਿਹਨੇ ਲਾਇਆ? ਜ਼ਿੰਮੇਵਾਰ ਮੰਤਰੀ, ਟਰਾਂਸਪੋਰਟ ਮੰਤਰੀ ਆ ਰਾਜਾ ਵੜਿੰਗ। ਇਹ ਚੋਰ ਹੈ, ਇਹਨੂੰ ਫੜੋ, ਸਾਰਾ ਕੁਝ ਨਿਕਲਿਆ ਆਊਗਾ ਜੀ।
ਉਸ ਤੋਂ ਇਲਾਵਾ ਸਹੂਲਤਾਂ ਦੀ ਗੱਲ ਕੀਤੀ ਗਈ ਆ। ਉਸ ਤੋਂ ਬਾਅਦ ਕਹਿੰਦੇ ਯੂਪੀ ਦੀਆਂ ਵੀ ਜਿਹੜੀਆਂ ਕਿ ਇਹ ਬੱਸਾਂ ਸਨ, ਕਹਿੰਦੇ ਰਾਜਸਥਾਨ ਤੋਂ ਲਵਾ ਕੇ ਲਿਆਏ ਸਨ ਬੋਡੀਆਂ, ਉਹ ਵੀ ਕਿ ਉਹਨਾਂ ਨੇ ਵੀ ਸਕੈਮ ਕੀਤਾ ਸੀਗਾ ਜਾਂ ਹੋਰ ਕੁਝ ਕਾਰਨ ਸੀ? ਉਹ ਹਜੇ ਵੀ ਯੂਪੀ ਦੀਆਂ ਬੋਡੀਆਂ ਲੱਗੀ ਜਾਂਦੀਆਂ ਜੀ, ਪਿਛਲੇ ਮਹੀਨੇ ਹੀ ਲੱਗੀ ਜਾਂਦੀਆਂ ਇਸੇ ਬੋਡੀ ਬਿਲਡਰ ਤੋਂ ਜਿੱਥੋਂ ਰਾਜਾ ਜੀ ਟਰਾਂਸਪੋਰਟ ਮੰਤਰੀ ਹੁੰਦਿਆਂ ਇਹਨਾਂ ਨੇ ਟੈਂਡਰ ਦਿੱਤੇ, ਬੋਡੀਆਂ ਲਵਾਈਆਂ। ਉਹਨਾਂ ਨੇ ਸੇਮ ਬੋਡੀ 10-10 ਲੱਖ ਦੀ ਲਵਾਈ ਆ, ਮਹਿੰਗੀ ਉਹਨਾਂ ਨੇ ਵੀ ਲਵਾਈ ਆ 2-2 2.5 ਲੱਖ। ਪਰ ਹੁਣ ਫਿਰ ਤੁਸੀਂ ਤਾਂ ਉਦੋਂ ਵੀ 2 ਲੱਖ ਮਹਿੰਗੀ ਕਰਤੀ। ਵੋਲਿਊਮ ਦੇਖੋ ਨਾ ਸਰ, 840 ਜੇ 4 ਲੱਖ ਰੁਪਏ ਇੱਕ ਬੱਸ 'ਚੋਂ ਗਿਆ, 33 ਕਰੋੜ ਰੁਪਏ ਬਣ ਗਿਆ। 840 ਬੱਸਾਂ 33 ਕਰੋੜ ਰੁਪਏ ਦੇ ਢਿੱਡ 'ਚ ਆ। ਕੱਢੋ ਮੁੱਖ ਮੰਤਰੀ ਸਾਹਿਬ, ਕੱਢੋ, ਮੇਰੀ ਤੁਹਾਨੂੰ ਬੇਨਤੀ ਹੈ, ਕੱਢੋ। ਜੇ ਤੁਹਾਡੇ ਕੋਲੇ ਕੋਈ ਪੁਲਿਸ ਘੱਟ ਆ ਤਾਂ ਮੈਂ ਫੜ ਕੇ ਲਿਆਉਣਾ, ਦੱਸੋ ਕਿਹੜੇ ਥਾਣੇ ਲਿਆਵਾਂ ਇਹਨੂੰ। ਬਾਈ ਚਾਂਸ ਕਈ ਵਾਰੀ ਪੁਲਿਸ ਉੱਤੇ ਚੋਣਾਂ ਤੇ ਜਾਂ ਲਾਰੈਂਸ ਮਗਰ ਲੱਗੀ ਫਿਰਦੀ ਆ ਤੇ ਇਹਦੀ ਧੌਣ ਫੜ ਕੇ ਮੈਂ ਲਿਆਉਣਾ, ਦੱਸੋ ਕਿਹੜੇ ਥਾਣੇ ਲਿਆਵਾਂ। ਕੁਛ ਕਰਨ ਵਾਲੇ ਬਣੋ ਤੇ ਨਹੀਂ ਐਵੇਂ ਢੋਲ ਵਜਾਉਣ ਦਾ ਤੇ ਮੰਤਰੀ ਅੰਦਰ ਦੇਣ ਦਾ ਤੇ ਪੋਲਿਊਸ਼ਨਾਂ ਦੇ ਚਲਾਨ ਕਰਨ ਦਾ, ਓਵਰਲੋਡਿੰਗ ਦੇ ਚਲਾਨ ਕਰਨ ਦਾ ਕੋਈ ਫਾਇਦਾ ਨਹੀਂ। ਵੱਡਾ ਮਗਰਮੱਛ ਮੈਂ ਫੜਿਆ, ਕਰੋ ਪੁੱਛ-ਗਿੱਛ, ਨਹੀਂ ਮੈਨੂੰ ਦਿਓ ਅੰਦਰ, ਨਹੀਂ ਇਹਨੂੰ ਦਿਓ ਅੰਦਰ। ਇੱਥੇ ਕਿਉਂ ਨਹੀਂ ਲਵਾਈਆਂ? ਕਾਰਨ ਕੀ ਮੰਨਦੇ ਹੋ? ਕਿਤੇ ਇਹ ਕਾਰਨ ਤਾਂ ਨਹੀਂ ਮੰਨਦੇ ਕਿਉਂਕਿ ਤੁਸੀਂ ਆਪ ਟਰਾਂਸਪੋਰਟਰ ਹੋ, ਕਿਤੇ ਜਾਂ ਇੱਥੇ ਲਵਾਵਾਂਗੇ ਕੋਈ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਗੋਬਿੰਦ ਕੋਚ ਹੈ ਜਾਂ ਹਰਗੋਬਿੰਦ ਕੋਚ ਹੈ, ਇਹ ਜਾਣਕਾਰੀ ਤੁਹਾਨੂੰ ਨਾ ਦੇ ਦੇਣ? ਸਰ ਜੀ 2018 'ਚ ਇਹਨਾਂ ਨੇ ਗੋਬਿੰਦ ਕੋਚ ਤੋਂ 100 ਬੱਸ PRTC ਦੀ ਲਵਾਈ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਤੇ ਆਈ ਥਿੰਕ ਰਜ਼ੀਆ ਸੁਲਤਾਨਾ ਜੀ ਉਦੋਂ ਸੀਗੇ ਟਰਾਂਸਪੋਰਟ ਮਿਨਿਸਟਰ। 7,10,000 ਦੀ ਬੋਡੀ ਲਵਾਈ ਸੀ ਜਿਹੜੀ ਅੱਜ ਵੀ ਸੜਕਾਂ ਤੇ ਦੌੜ ਰਹੀ ਹੈ PRTC ਦੀ ਬੱਸ। ਹੁਣ ਉਹਨਾਂ ਨੇ ਕਰੋਨਾ ਕਰਕੇ 2 ਸਾਲ ਬਾਅਦ ਲੋਹਾ ਮਹਿੰਗਾ ਹੋ ਗਿਆ, ਰੇਟ ਵੱਧ ਗਏ, 8,20,000 ਮੰਗਿਆ 25। ਠੀਕ ਹੈ ਜੀ। ਪੰਜਾਬ 'ਚੋਂ ਇਹਨੇ ਤਾਂ ਨਹੀਂ ਲਵਾਈਆਂ, ਪੰਜਾਬ ਵਾਲਿਆਂ ਨੇ ਇਹਨੂੰ ਰਿਕੁਐਸਟ ਵੀ ਕੀਤੀ ਵੀ ਸਾਨੂੰ ਕੰਮ ਦਿਓ, ਇਹਨੇ ਨਹੀਂ ਦਿੱਤਾ। ਕਿਉਂਕਿ ਪੰਜਾਬ ਵਾਲੇ ਸਾਨੂੰ ਸਭ ਜਾਣਦੇ ਆ, 1 ਰੁਪਈਆ ਵੀ ਖਾਊਗਾ ਤਾਂ ਸਾਡੇ ਕੋਲੇ ਪਹਿਲਾਂ ਖਬਰ ਪਹੁੰਚੂਗੀ। ਤਾਂ ਇਹਨੇ ਸਾਰਾ ਜੁੰਡਲੀ ਚੱਕ ਕੇ ਇਹ ਜੈਪੁਰ ਲੈ ਗਿਆ। ਤੁਸੀਂ ਬਿਲੀਵ ਕਰੋ, ਇੱਕ ਕੰਪਨੀ ਇਹੋ ਜਿਹੀ, ਮੈਂ ਤੁਹਾਨੂੰ ਸਾਰਾ ਨਹੀਂ ਦੱਸ ਸਕਦਾ, ਜਿਹਨੇ ਟੈਂਡਰ ਵੀ ਨਹੀਂ ਭਰਿਆ ਸੀ ਉਹ ਤੋਂ ਵੀ ਬੋਡੀਆਂ ਲਵਾਈਆਂ, ਜਿਹੜਾ ਟੈਂਡਰ ਦੇ ਵਿੱਚ ਹੀ ਹੈ ਨਹੀਂ ਸੀ ਉਹ ਤੋਂ ਵੀ ਜੈਪੁਰ ਤੋਂ। ਐਡਾ ਕਪਲਾ ਹੋਇਆ ਇਹ। ਕਰਨਾ ਨਾ ਕਰਨਾ ਟਰਾਂਸਪੋਰਟ ਮਿਨਿਸਟਰ ਤੇ ਮੁੱਖ ਮੰਤਰੀ ਜੀ ਦੀ ਰੌਲਾ। ਚੋਰ ਤੁਹਾਨੂੰ ਮਗਰਮੱਛ ਫੜਤਾ, ਮਾਫੀਆ ਫੜਤਾ, ਆਹ ਮਾਫੀਆ ਅਸਲੀ। ਕੀ ਟਰਾਂਸਪੋਰਟਰ ਜੇ 100 ਰੁਪਇਆ ਟੈਕਸ ਖਾ ਜਾਂਦਾ ਜਾਂ 1000 ਖਾ ਜਾਂਦਾ, ਕੀ ਉਹ ਧੰਨਵਾਨ ਹੋ? ਢਿੱਲੋਂ ਸਾਹਿਬ ਹੁਣ ਤਾਂ ਕਾਰਵਾ ਲੁੱਟ ਗਿਆ ਪੂਰਾ। ਕਾਰਵਾ ਲੁੱਟ ਗਿਆ ਜੀ। ਇਹ ਅੱਜ ਇਹਦੀ ਇੰਟਰਵਿਊ ਸੀ ਸ਼ਾਮ ਜਦੋਂ ਵਿਧਾਨ ਸਭਾ ਚੋਂ ਨਿਕਲ ਰਿਹਾ ਸੀ, ਅਫਸਰ ਜ਼ਿੰਮੇਵਾਰ ਆ, ਫਲਾਨਾ ਜ਼ਿੰਮੇਵਾਰ ਆ, ਉਹਨਾਂ ਤੇ ਵੀ ਐਕਸ਼ਨ, ਮੇਰੇ ਤੇ ਕਿਉਂ? ਤੁਸੀਂ ਟਰਾਂਸਪੋਰਟ ਮਿਨਿਸਟਰ ਹੋ, ਇੱਧਰ ਉੱਧਰ ਕੀ ਬਾਤ ਨਾ ਕਰ, ਇਹ ਬਤਾ ਕਾਰਵਾ ਲੁੱਟਾ ਕਿਉਂ? ਰਾਜਾ ਜੀ ਦੱਸੋ ਕੀ ਮਜਬੂਰੀ ਸੀ ਤੁਹਾਡੀ ਜੈਪੁਰ ਜਾਣ ਦੀ? ਕੀ ਇੰਨੀ ਕਿੰਨੀ ਕੁ ਭੁੱਖਾ ਤੁਹਾਨੂੰ? ਪੰਜਾਬ 'ਚੋਂ ਖਾ ਲੈਂਦੇ। ਘਰ ਘਰ ਰੁਜ਼ਗਾਰ ਦੀ ਗੱਲ ਕਰਦੇ ਸੀ, ਘਰ ਘਰ ਨੌਕਰੀ ਦੀ ਗੱਲ ਕਰਦੇ ਸੀ। ਇੰਨਾ 100 ਕਰੋੜ ਰੁਪਇਆ ਪੰਜਾਬ 'ਚ ਡਿੱਗਦਾ, ਕਿਸੇ ਗਰੀਬਾਂ ਦੇ ਮੂੰਹ 'ਚ ਪੈਂਦਾ ਜਿਹੜੇ ਆਪਣੇ ਮੁੰਡੇ ਉੱਥੇ ਕੰਮ ਕਰਦੇ ਆ। ਤੂੰ ਚੱਕ ਕੇ ਸਾਰਾ ਕੁਝ ਜੈਪੁਰ ਲੈ ਗਿਆ, ਸਾਰੀ ਕਮਾਈ ਜੈਪੁਰ ਦੇਤੀ ਪੰਜਾਬ ਦੀ, ਟੈਕਸ ਜੈਪੁਰ ਦੇਤਾ, ਪੈਸੇ ਜੈਪੁਰ ਦੇਤੇ। ਇੱਥੇ ਕਿਉਂ ਨਹੀਂ ਲਵਾਈਆਂ? ਆਹ ਦੱਸ ਦੇ ਬਸ, ਮੈਂ ਤੇਰਾ ਦੇਣਦਾਰ ਆ। ਤੁਸੀਂ ਕਹਿ ਰਹੇ ਹੋ ਕਿ ਮਜਬੂਰੀ ਕੀ ਸੀਗੀ, ਉਹ ਹੀ ਸਵਾਲ ਬਣਦਾ। ਤੁਹਾਨੂੰ ਤਾਂ ਜਾਣਕਾਰੀ ਹੋਣੀ ਥੋੜੀ ਬਹੁਤੀ, ਕੀ ਮਜਬੂਰੀ ਰਹੀ ਹੈ? ਕਿ ਜਿਸ ਤਰ੍ਹਾਂ ਮੈਂ ਪਹਿਲਾਂ ਸਵਾਲ ਕੀਤਾ ਕਿ ਇਹ ਉਹ ਮਜਬੂਰੀ ਤਾਂ ਨਹੀਂ ਰਹੀ ਕਿਤੇ ਕਿ ਸੰਨੀ ਢਿੱਲੋਂ ਹੋਰਾਂ ਨੂੰ ਨਾ ਜਾਣਕਾਰੀ ਪਹੁੰਚ ਜਾਏ ਇੱਥੋਂ ਲਵਾਈਆਂ? ਬਿਲਕੁਲ। ਚੋਰ ਬੰਦਾ ਦੂਰ ਜਾਊਗਾ, ਨੇੜੇ ਚੋਰੀ ਨਹੀਂ ਕਰੂਗਾ, ਦੂਰ ਜਾਊਗਾ। ਦੂਰ ਗੱਲ ਨਿਕਲਦੀ ਹੈ। ਹੁਣ ਸਾਨੂੰ ਜੇ ਭਦੌੜ ਦੀ ਗੱਲ ਹੁੰਦੀ ਪੰਜਾਬ ਦੀ, ਘੰਟੇ 'ਚ ਰਿਪੋਰਟ ਮਿਲਦੀ, ਉੱਥੋਂ ਸਾਨੂੰ ਰਿਪੋਰਟ ਲੈਣ ਨੂੰ ਲੱਗ ਗਿਆ 1.5 ਮਹੀਨਾ ਜੀ। ਆਹ ਫਰਕ ਆ, ਕਿਉਂਕਿ ਜੈਪੁਰ ਦੂਰ ਆ। ਤੇ ਜੈਪੁਰ ਵਾਲੇ ਵੀ, ਮੈਂ ਤੁਹਾਨੂੰ ਕੀ ਦੱਸਾਂ, ਮੇਰੇ ਕੋਲੇ ਰਿਕਾਰਡ ਆ ਜੀ। ਅਸੀਂ 2017 'ਚ ਉੱਥੋਂ 30 ਬੱਸਾਂ ਬੋਡੀ ਲਵਾਈਆਂ ਸੀ ਕਿਉਂਕਿ ਭਦੌੜ ਰਸ਼ ਬੜਾ ਹੋ ਗਿਆ ਸੀ ਤੇ ਟੈਂਡਰ ਦਾ ਟਾਈਮ ਮੁੱਕ ਰਿਹਾ ਸੀ 31 ਮਾਰਚ ਦਾ। 5.5 ਲੱਖ ਦੀ ਬੋਡੀ ਲਵਾਈ ਸੀ। ਇਹੋ ਜਿਹੇ ਕਿਹੜੇ ਬੂਮ ਆ ਗਿਆ ਜੀ, ਮਹਿੰਗਾਈ ਵੱਧ ਗਈ, ਜਿਹੜੀ ਉਹ ਬੱਸ 6.5 ਵਾਲੀ 12 ਦੀ ਹੋ ਗਈ, 7.25 ਦੀ ਤਾਂ ਮੰਨਿਆ, 7.25 ਵਾਲੀ 8.25 ਦੀ ਹੋ ਗਈ, ਵੀ ਠੀਕ ਆ, ਲੱਖ ਰੁਪਇਆ ਗੱਡੀ ਵੱਧ ਜਾਂਦੀ ਹੈ 2-4 ਸਾਲ ਬਾਅਦ, ਸਿੱਧੀ 12 ਦੀ ਜੀ 6.5 ਤੋਂ। ਇਹ ਕਿਹੜੀ ਮਜਬੂਰੀ ਆ ਰਾਜਾ ਜੀ? ਮੈਨੂੰ ਇਹ ਨਹੀਂ ਪਤਾ ਲੱਗਿਆ, ਇਹ ਦੱਸੋ ਮੈਨੂੰ ਵੀ। ਇੰਨਾ ਬੂਮ, ਡਬਲ ਰੇਟ, ਕਮਾਲ ਹੋ ਗਈ। ਅਮਰਿੰਦਰ ਸਿੰਘ ਰਾਜਾ ਵੜਿੰਗ ਕਹਿੰਦੇ ਨਜ਼ਰ ਆ ਰਹੇ ਨੇ, ਕਹਿੰਦੇ ਜਾਂਚ ਪੜਤਾਲ ਜਿਹੜੀ ਕਿ ਹੋਣੀ ਚਾਹੀਦੀ ਹੈ, ਕਹਿੰਦੇ ਕੋਈ ਜਿਹੜੀ ਸਾਬਤ ਹੋਵੇ ਪਹਿਲਾਂ। ਦੇਖੋ, ਜਾਂਚ ਪੜਤਾਲ ਕਰਨੀ ਆ ਸਰਕਾਰ ਨੇ, ਮੇਰਾ ਕੰਮ ਆ ਚੋਰ ਨੂੰ ਤੇ ਮਗਰਮੱਛ ਨੂੰ ਫੜ ਕੇ ਮੂਹਰੇ ਕਰਨਾ। ਹੁਣ ਜਾਂਚ ਪੜਤਾਲ ਸਰਕਾਰ ਕਰਦੀ ਆ ਨਹੀਂ ਕਰਦੀ, ਉਹ ਇਹਨਾਂ ਦੀ ਮਰਜ਼ੀ ਆ। ਪਰ ਮੈਂ ਭਗਵੰਤ ਮਾਨ ਜੀ ਨੂੰ ਵੀ ਕਹਿੰਦਾ, ਆਪਦੇ ਮੰਤਰੀ ਵੀ ਫੜੀ ਜਾਂਦੇ ਆ, ਮਾੜੀ ਜੀ ਵੀ ਜ਼ੀਰੋ ਟੋਲਰੈਂਸ ਆ, ਕੋਈ ਮਾੜਾ ਜਿਹਾ ਵੀ ਘਪਲਾ ਕਰਦਾ, ਅਫਸਰ ਵੀ ਕਈ ਫੜੇ ਆ, ਮੈਂ TV ਤੇ ਦੇਖੇ ਸੀ। ਹੁਣ ਆ ਮਗਰਮੱਛ ਤੋਂ ਉਹਨੂੰ ਫੜ ਕੇ ਦੇਤਾ, ਦਿਓ ਇਹਨੂੰ ਅੰਦਰ, ਕਰੋ ਸਾਬਤ ਵੀ ਵਾਕਈ ਜ਼ੀਰੋ ਟੋਲਰੈਂਸ ਆ ਆਪਣਾ ਕਰਪਸ਼ਨ ਦੇ ਵਿਰੁੱਧ, ਦਿਓ ਇਹਨੂੰ ਅੰਦਰ, ਮੈਂ ਜ਼ਿੰਮੇਵਾਰ ਆ। ਆਹ ਚੱਕੋ ਕਾਗਜ਼, ਹੋਰ ਵੀ ਤੁਹਾਨੂੰ ਕਈ ਖੁਲਾਸੇ ਕਰੂੰਗਾ ਜਿਹੜੇ ਮੈਂ ਤੁਹਾਨੂੰ ਬੋਲ ਕੇ ਨਹੀਂ ਦੱਸ ਸਕਦਾ ਕਿਉਂਕਿ ਬੰਦਾ ਸੁਚੇਤ ਹੋ ਜਾਊਗਾ। ਬਹੁਤ ਵੱਡਾ ਘਪਲਾ ਹੋਇਆ ਜੀ, ਇਹਨੂੰ ਕਰੋ। ਇਹਦੀ ਜਾਇਦਾਦ ਕੁਰਕ ਕਰਕੇ ਇਹ ਤੋਂ ਪੈਸੇ ਲਓ ਤੇ ਸਰਕਾਰੀ ਖਜ਼ਾਨੇ 'ਚ ਪੁੱਠੇ ਜਮ੍ਹਾਂ ਕਰਾਓ।
ਰਜੀਆ ਸੁਲਤਾਨਾ ਹੋਰਾਂ ਦੀ ਗੱਲ ਕੀਤੀ, ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਬਣਦੇ ਨੇ, ਹੁਣ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ ਨੇ। ਕੁਝ ਦਿਨ ਇਹਨਾਂ ਵੱਲੋਂ ਵੀ ਜਿਹੜੀਆਂ ਬੱਸਾਂ ਨੂੰ ਹਰੀ ਝੰਡੀ ਦਿੱਤੀ ਗਈ, ਕਿ ਇਹ ਕਿਤੇ ਇਹਨਾਂ ਦਾ ਵੀ ਸਹਿਯੋਗ ਤਾਂ ਨਹੀਂਗਾ ਵਿੱਚ ਉਸਦੇ? ਨਹੀਂ ਸਰ, ਐਕਚੁਅਲੀ ਇਹ ਟੈਂਡਰ ਪੇਮੈਂਟ ਪਹਿਲਾਂ ਹੋ ਚੁੱਕੀ ਹੁੰਦੀ ਆ। ਬੱਸਾਂ ਹੁਣ ਇੰਨੀ ਵੋਲਿਊਮ ਬੱਸਾਂ ਹੌਲੀ ਹੌਲੀ ਲੱਗ ਕੇ ਆਉਂਦੀਆਂ, ਮਹੀਨੇ ਦੀਆਂ 50 ਆ ਗਈਆਂ, 100 ਆ ਗਈਆਂ। ਇਹਨਾਂ ਨੇ ਤਾਂ ਹਰੀ ਝੰਡੀ ਦਿੱਤੀ ਹੈ, ਇਹਨਾਂ ਦੀ ਤਾਂ ਕੋਈ ਦਸਤਖਤ ਵੀ ਹੈ ਨਹੀਂ ਜੀ। ਜੋ ਕਰ ਗਈ ਪੁਰਾਣੀ ਸਰਕਾਰ ਕਰ ਗਈ, ਇਹਨਾਂ ਨੇ ਤਾਂ ਸਿਰਫ ਜਿਵੇਂ ਨਵੀਆਂ ਬੱਸਾਂ ਆਉਂਦੀਆਂ ਫਲਾਣੇ ਡਿਪੂ ਨੂੰ ਅਲਾਟ ਹੋ ਗਏ ਉਹਨੂੰ ਹਰੀ ਝੰਡੀ ਗੁੱਡਵਿਲ ਤੇ ਕਰਦੇ ਆ, ਉਹ ਇਹਨਾਂ ਦਾ ਕੋਈ ਰੋਲ ਨਹੀਂਗਾ। ਕਹਿ ਸਕਦੇ 840 ਬੱਸਾਂ ਦਾ ਟੈਂਡਰ ਹੈ, ਮਹੀਨੇ ਦੀਆਂ 30 ਬੱਸਾਂ 40 ਬੱਸਾਂ। ਹੌਲੀ ਹੌਲੀ ਜਿਵੇਂ 840 ਬੱਸਾਂ ਜੀ ਮਹੀਨੇ ਦੀਆਂ 40 ਵੀ ਨਿਕਲੀਆਂ ਤਾਂ ਉਹਨਾਂ ਨੂੰ 6 ਮਹੀਨੇ ਲੱਗ ਜਾਣੇ ਆਉਂਦੀਆਂ ਨੂੰ ਜੀ। ਜਦੋਂ ਇੱਕ ਵਾਰ ਤਾਂ ਇਹਨਾਂ ਦਾ ਤਾਂ ਕੋਈ ਲੈਣਾ ਦੇਣਾ ਹੀ ਨਹੀਂ। ਪੁਰਾਣੀ ਸਰਕਾਰ ਪਾਸ ਕਰਕੇ ਗਈ ਹੈ, ਸਾਰਾ ਕੁਝ ਪੁਰਾਣੀ ਸਰਕਾਰ ਕਰਕੇ ਗਈ ਆ। ਮਗਰ ਮੱਚ ਬਾਈ ਜੀ ਫੜਤਾ, ਇਹਨੂੰ ਫੜੋ, ਆਹੀ ਬੇਨਤੀ ਹੈ। ਚੱਕੀ ਫਿਰਦੇ ਹੋ, ਮੁੱਖ ਮੰਤਰੀ ਹੋਰਾਂ ਨੂੰ, ਲਾਲਜੀਤ ਸਿੰਘ ਭੁੱਲਰ ਹੋਰਾਂ ਨੂੰ ਕਾਗਜ਼ ਭੇਜੇ ਨੇ ਕਿ ਜੀ ਐਡਾ ਵੱਡਾ ਸਕੈਮ ਹੈ ਜਿਹੜਾ ਕਿ ਪਿਛਲੀ ਸਰਕਾਰ ਦੇ ਦੌਰਾਨ ਹੋਇਆ, ਕਿਉਂਕਿ ਬਹੁਤ ਸਾਰੇ ਮੰਤਰੀ ਸਾਬਕਾ ਅਸੀਂ ਦੇਖਿਆ ਉਹਨਾਂ ਨੂੰ ਅੰਦਰ ਕੀਤਾ ਇਸ ਸਮੇਂ ਜਿਹੜੀ ਮੌਜੂਦਾ ਸੱਤਾ ਤੇ ਸਰਕਾਰ ਹੈ, ਕਿ ਇਹ ਡਾਕੂਮੈਂਟ ਤੁਸੀਂ ਭੇਜੇ ਉਹਨਾਂ ਨੂੰ? ਮੈਂ ਦੇਖਿਆ ਮਾਨਸਾ ਤੋਂ ਵੀ ਇੱਕ ਆਪਣੇ ਅੰਦਰ ਕੀਤੀ ਹੈ ਇਹਨਾਂ ਨੇ, ਆਪਦੇ ਮੰਤਰੀ ਕੀਤੇ ਆ। ਕੁਝ ਉਹਨਾਂ ਨੇ ਪੈਸੇ ਪੂਸੇ ਮੰਗ ਲਏ ਸੀ, ਮੈਨੂੰ ਨਹੀਂ ਪਤਾ, ਮੈਂ ਅਖਬਾਰਾਂ 'ਚ ਹੀ ਦੇਖਿਆ, ਟੀਵੀ ਤੇ ਦੇਖਿਆ। ਮੈਂ ਲਾਲਜੀਤ ਭੁੱਲਰ ਹੋਣਾ ਨੂੰ ਆ ਸਾਰਾ ਸਮਾਨ ਵੀ ਈਮੇਲ ਕੀਤਾ, ਮੁੱਖ ਮੰਤਰੀ ਸਾਹਿਬ ਦੇ ਜਿਹੜੇ ਨੰਬਰ ਆ ਉਹਨਾਂ ਤੇ ਈਮੇਲ ਕੀਤਾ। ਜਦੋਂ ਮੈਨੂੰ ਬੁਲਾਉਣਗੇ ਮੇਰਾ ਨੰਬਰ ਹਰ ਕੋਲੇ ਆ, ਮੈਂ 15 ਮਿੰਟਾਂ 'ਚ ਹਾਜ਼ਰ ਹੋ ਜਾਊਂਗਾ, ਸਾਰੇ ਪ੍ਰੂਫ ਦੇਵਾਂਗਾ। ਮੈਂ ਤਾਂ ਫੇਰ ਐਂਡ ਤੇ ਇਹੀ ਕਹਿਣਾ ਵੀ ਜੇ ਮੈਂ ਗਲਤ ਹਾਂ ਮੈਨੂੰ ਅੰਦਰ ਦੇ ਦਿਓ ਜੀ, ਕੱਢੋ ਹੀ ਨਾ 5 ਸਾਲ, ਤੇ ਜੇ ਇਹ ਗਲਤ ਆ ਚੱਲ ਪਿੱਛੇ ਬੱਚੂ। ਪਹਿਲਾਂ ਵੀ ਇਹਨੇ ਘਪਲਾ ਕੀਤਾ, ਪਹਿਲਾਂ ਵੀ ਇਹਨੇ ਲੋਕ ਮਾਰੇ ਆ। ਤੁਹਾਨੂੰ ਪਤਾ ਹੋਣਾ ਸ਼ਾਇਦ ਫਰੀਦਕੋਟ ਪਰਿਵਾਰ, ਕਟਾਰੀਆ ਪਰਿਵਾਰ ਦਾ ਸਾਰਾ ਪਰਿਵਾਰ, ਫੈਮਿਲੀ ਮਾਰਤੀ ਇਹਨੇ ਆਪਣਾ ਫਰੀਦਕੋਟ ਦੀ ਕਟਾਰੀ। ਉਹ ਵੀ ਚੋਂ ਵੀ ਨਿਕਲ ਗਿਆ ਇਹ ਆਪਦੇ ਪੈਸੇ ਦੇ ਜ਼ੋਰ ਤੇ, ਸਰਕਾਰ ਦੇ ਜ਼ੋਰ ਤੇ। ਉਸੇ ਦਾ ਖਮਿਆਜਾ ਕੈਪਟਨ ਸਰਕਾਰ ਨੂੰ, ਉਹਨਾਂ ਦੀ ਰੂਹ ਭਟਕਦੀ ਫਿਰਦੀ ਆ, ਤਾਂ ਹੀ ਇਹਨਾਂ ਦਾ ਕਾਂਗਰਸ ਦਾ ਹਾਲ ਹੋਇਆ। ਤੁਹਾਡੇ ਸਾਹਮਣੇ ਆ, ਕਾਰਵਾਈ ਕਰੋ ਭਗਵੰਤ ਮਾਨ ਜੀ, ਕਟਾਰੀਆ ਪਰਿਵਾਰ ਨੂੰ ਵੀ ਇਨਸਾਫ ਦਿਵਾਓ ਤੇ ਇਹ ਜਿਹੜਾ ਘਪਲਾ ਇਹ ਵੀ ਸਾਹਮਣੇ ਲਿਆਓ। ਬਹੁਤ ਬਹੁਤ ਸ਼ੁਕਰੀਆ। ਸਾਡੇ ਨਾਲ ਸੰਨੀ ਢਿੱਲੋਂ ਜੀ ਮੌਜੂਦ ਸਨ, ਜਿਨ੍ਹਾਂ ਨੇ ਬਹੁਤ ਵੱਡੇ ਇਲਜ਼ਾਮ, ਕਹਿ ਸਕਦੇ ਕਾਗਜ਼ਾਂ ਦੇ ਆਧਾਰ ਤੇ ਇਲਜ਼ਾਮ ਲਗਾਏ ਨੇ, ਜੋ ਡਾਕੂਮੈਂਟ ਉਹਨਾਂ ਨੇ ਪਾਏ ਨੇ। ਇੱਕ ਵਾਰ ਤੋਂ ਫਿਰ ਜੇ ਡਾਕੂਮੈਂਟ ਦਿਖਾਵਾਂਗੇ ਕਿ 11,98,080 ਰੁਪਏ ਦੇ 880 ਰੁਪਏ ਦੀ ਜਿਹੜੀ ਕਿ ਬੋਡੀ ਹੈ, ਜਿਹੜੀ ਕਿ ਜੈਪੁਰ ਤੋਂ ਲੱਗੀ ਹੈ, ਇੱਕ ਬੋਡੀ ਲੱਗੀ ਹੈ। ਉਸ ਤੋਂ ਇਲਾਵਾ ਜਿਹੜੀਆਂ ਕਿ ਇੱਥੋਂ ਕੋਟੇਸ਼ਨਾਂ ਦਿੱਤੀਆਂ ਗਈਆਂ ਸਨ, ਹਰਗੋਬਿੰਦ ਕੋਚ ਜਿਸ ਵੱਲੋਂ 8,40,000 ਦੀ ਇੱਕ ਬੋਡੀ ਦੀ ਕੋਟੇਸ਼ਨ ਦਿੱਤੀ ਗਈ ਸੀ, ਅਤੇ ਦੂਜਾ ਜਿਹੜਾ ਕੀ ਕਹਿ ਸਕਦੇ ਗੋਬਿੰਦ ਕੋਚ ਹੈ, ਜਿਹੜੀ ਕਿ 8,25,000 ਦੇ। ਦੋ ਪੰਜਾਬ ਦੇ ਮਸ਼ਹੂਰ ਕੰਪਨੀਆਂ ਗਿਣੀਆਂ ਜਾਂਦੀਆਂ ਨੇ ਜਿਹੜੀਆਂ ਕਿ ਬੱਸਾਂ ਤੇ ਕੋਚ ਲਗਾਉਂਦੀਆਂ ਨੇ, ਤਾਂ ਇਹਨਾਂ ਦੇ ਜਿਹੜੀ ਕੋਟੇਸ਼ਨਾਂ ਨੂੰ ਕਹਿ ਸਕਦੇ ਨਜ਼ਰ ਅੰਦਾਜ਼ ਕਰਕੇ 11,98,000 ਦੀ ਜਿਹੜੀ ਕਿ ਬੋਡੀ ਲਗਾਈ ਗਈ ਹੈ। ਤਾਂ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਇਹ ਸੰਨੀ ਢਿੱਲੋਂ ਜੋ ਇੱਕ ਕਹਿ ਸਕਦੇ ਵੱਡੇ ਟਰਾਂਸਪੋਰਟਰ ਨੇ ਪੰਜਾਬ ਦੇ, ਉਹਨਾਂ ਵੱਲੋਂ ਘੇਰਿਆ ਜਾ ਰਿਹਾ ਤੇ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ, ਕਿਉਂਕਿ ਕਾਗਜ਼ ਹੈ ਜਿਹੜੇ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਉਹਨਾਂ ਨੇ ਭੇਜੇ ਨੇ, ਅਤੇ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਤੇ ਜਾਂਚ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇ, ਅਤੇ ਜੇਕਰ ਇਹ ਡਾਕੂਮੈਂਟ ਸਹੀ ਨਹੀਂ ਹੁੰਦੇ, ਜੇਕਰ ਦੋਸ਼ ਇਹਨਾਂ ਦੇ ਸਹੀ ਨਹੀਂ ਹੁੰਦੇ, ਤਾਂ ਇਹਨਾਂ ਦੀ ਕਾਰਵਾਈ ਜਿਹੜੀ ਕੀ ਕੀਤੀ ਜਾਵੇ। ਕੈਮਰਾਮੈਨ ਗਰਜੰਟ ਦੇ ਨਾਲ ਕਮਲਦੀਪ ਲਿਵੀ, ਇੰਡੀਆ ਨੂੰ, ਚੰਡੀਗੜ੍ਹ।